ਤੇ ਤੁਹਾਡਾ 10000 ਦਾ ਬਿੱਲ ਸੀ 5060 ਰੁਪਏ ਭਰਨੇ ਪੈਣਗੇ ਨਾਲੇ ਮੁੱਖ ਮੰਤਰੀ ਨੇ ਕਿਹਾ ਸਾਰਾ ਹੀ ਮਾਫ ਹੋ ਜੂ। ਨਹੀਂ ਜੀ ਇਹ ਕਹਿ ਉਹਦੇ 75% ਕਹਿੰਦੇ ਸੀ ਪਰ ਇਹ 75% ਦਾ ਵੀ ਹਿਸਾਬ ਨਹੀਂ। ਉਹ ਇਹ ਕਹਿ ਰਹੇ ਕਿ ਹੁਣ ਲਾਸਟ ਜਿਹੜਾ ਬਿੱਲ ਸੀ ਉਹਦੇ ਵਿੱਚੋਂ ਹੀ ਹੋਊਗਾ। ਇਹ 6000 ਰੁਪਏ ਸੀ 3735 ਭਰਨੇ 6000 ਦਾ ਸੀ ਇਹਨਾਂ ਦਾ ਬਿੱਲ 3735 ਭਰਨੇ। ਕਦੋਂ ਦਾ ਬਿੱਲ ਸੀ ਇਹ? ਇਹ ਪਿਛਲੇ ਮਹੀਨੇ ਦਾ ਸੀ ਇਹ ਬਿੱਲ ਮਾਫ ਕਰਾਉਣ ਆਏ ਸੀ, ਕਿੰਨਾ ਬਿੱਲ ਸੀ, ਕਦੋਂ ਦਾ ਪੈਂਡਿੰਗ ਸੀ? ਇਹ ਬਿੱਲ ਮੇਰਾ ਜੀ 1 ਸਾਲ ਤੋਂ ਪੈਂਡਿੰਗ ਸੀਗਾ ਜੀ 19840 ਰੁਪਏ ਸੀਗਾ ਜੀ। ਮੈਂ 1200 ਰੁਪਇਆ ਭਰਨਾ ਜੀ। 19840 ਰੁਪਏ ਸਿਰਫ 1200 ਭਰਨਾ? 1200 ਭਰਨਾ ਜੀ, ਬਾਕੀ ਮੈਨੂੰ ਮਾਫ ਹੈ ਜੀ। ਹਾਂਜੀ ਤੁਹਾਡਾ ਕੀ ਹੈ, ਕਿੰਨਾ ਬਿੱਲ ਸੀਗਾ? ਜੀ 36660 ਜੀ। ਅੱਛਾ, ਉਹ ਚੋਂ ਮੈਨੂੰ 3400 ਭਰਨਾ ਜੀ। ਕੁਝ ਲੋਕਾਂ ਦਾ 36000 ਦਾ 3600 ਰਹਿ ਗਿਆ, ਕਿਸੇ ਦਾ 10000 ਦਾ 5000 ਰਹਿ ਗਿਆ। ਇਹ ਡਿਫਰੈਂਸ ਕਿਉਂ ਹੈ? ਫਸਟ ਤੇ ਸੈਕੰਡ ਵਿੰਡੋ ਦੋ ਦਫ਼ਤਰ ਵੱਖਰੇ ਵੱਖਰੇ ਨੇ। ਉਹਨਾਂ ਦੇ ਵਿੱਚ ਅਸੀਂ ਚੈੱਕ ਕਰਦੇ ਅਮਾਊਂਟ ਜਿੰਨੀ ਸਾਡੇ ਕੋਲ ਆਈ ਹੋਈ ਆ ਵੀ ਕਿੰਨੀ ਅਮਾਊਂਟ ਇਹਨਾਂ ਦੀ ਮਾਫ ਕੀਤੀ ਹੋਈ ਆ, ਉਹ ਸਾਡੇ ਕੋਲ ਲਿਸਟ ਆਈਆਂ ਹੋਈਆਂ ਨੇ। 12000 ਸੀ 1 ਕਿਲੋਵਾਟ ਦਾ ਇਹਨਾਂ ਦਾ ਕਨੈਕਸ਼ਨ ਹੈ। ਕੱਲ ਇਹਨਾਂ ਨੂੰ ਕਿਹਾ ਗਿਆ 197 ਰੁਪਏ ਭਰਾ ਦਿਓ, ਇਹਨਾਂ ਨੇ 197 ਰੁਪਏ ਭਰਾ ਤੇ ਮਤਲਬ 200 ਰੁਪਏ ਭਰਾਤਾ। ਇਹਦੀ ਰਸੀਦ ਲਾ ਦੀ, ਜਦੋਂ ਰਸੀਦ ਲੈ ਕੇ ਗਏ ਤਾਂ ਇਹਨਾਂ ਨੂੰ ਹੁਣ ਕਿਹਾ ਜਾ ਰਿਹਾ ਕਿ 5300 ਰੁਪਏ ਭਰ ਦਿਓ। ਕੱਲ ਕਿੰਨੇ ਕਹੇ ਗਏ ਸੀ? 197 ਰੁਪਏ। ਕਨਫਿਊਜ਼ਨ ਹੈ, ਕੋਈ ਸਿਸਟਮ ਨਹੀਂ ਹੈ, ਕੋਈ ਇੱਥੇ ਜਾਣਕਾਰੀ ਦੇਣ ਵਾਸਤੇ ਹੈ? ਕੋਈ ਨਹੀਂ ਪੁੱਛਦਾ ਜੀ ਇੱਥੇ, ਬਸ ਹੈਰਾਨਗੀ ਇੱਧਰ ਉੱਧਰ ਤੋਂ ਉੱਧਰ ਜਾਓ। ਪਿੱਛੋਂ ਤੋਂ ਕਿਸੇ ਦਾ ਬਕਾਇਆ, ਜਿਹਦਾ ਜ਼ਿਆਦਾ ਬਕਾਇਆ ਖੜਾ ਉਹਦਾ ਜ਼ਿਆਦਾ ਮਾਫ ਹੋ ਜਾਊਗਾ ਜੀ, ਜਿਹਦਾ ਘੱਟ ਬਕਾਇਆ ਖੜਾ ਉਹਦਾ ਘੱਟ ਮਾਫ ਹੋਊਗਾ ਜੀ। ਕਿਸੇ ਨੂੰ ਜਨਾਬ ਜੀ ਪ੍ਰੋਸੈਸ ਦਾ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਜਾਣਾ ਹੈ, ਕਿੱਥੇ ਸਾਈਨ ਕਰਾਉਣੇ ਨੇ, ਕਿੱਥੇ ਜਮ੍ਹਾਂ ਕਰਾਉਣਾ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਅਨੁਰਾਗ ਸ਼ਰਮਾ। ਦੋਸਤੋ, ਜਦੋਂ ਹੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ, ਉਹਨਾਂ ਨੇ ਅਨਾਉਂਸ ਕੀਤਾ ਕਿ 2 ਕਿਲੋਵਾਟ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਜਾਣਗੇ, ਜਿਹੜੇ ਕੋਵਿਡ ਕਾਲ ਦੇ ਵਿੱਚ ਲੋਕਾਂ ਦੇ ਇਕੱਠੇ ਹੋ ਗਏ ਸੀ। ਸੋ ਇਹ ਬਿੱਲ ਕਿਸ ਤਰ੍ਹਾਂ ਮਾਫ ਹੋਣਗੇ, ਕਿਸ ਤਰ੍ਹਾਂ ਫਾਰਮ ਭਰਿਆ ਜਾਊਗਾ, ਕਿਹੜੇ ਦਫ਼ਤਰ ਤੇ ਵੀ ਜਾਣਾ ਪਊਗਾ, ਕਿਹੜੇ ਅਫਸਰ ਦੇ ਸਾਈਨ ਕਰਾਣੇ ਪੈਣਗੇ, ਲੋਕ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ ਨਜ਼ਰ ਆ ਰਹੇ ਸੀ। ਪਰ ਲੋਕ ਹੁਣ ਬਿੱਲ ਮਾਫ ਕਰਵਾ ਰਹੇ ਹਨ। ਇਸ ਵਕਤ ਅਸੀਂ ਖੜੇ ਹਾਂ ਪਟਿਆਲਾ ਸ਼ਹਿਰ ਦੇ ਬਿੱਲ ਭਰਨ ਵਾਲੇ ਦਫ਼ਤਰ ਦੇ ਵਿੱਚ, ਮਤਲਬ ਕਿ ਬਿਜਲੀ ਬੋਰਡ ਦਾ ਇਹ ਦਫ਼ਤਰ ਹੈ। ਇੱਕ ਰੇਂਜ ਹੈ ਜਿਹੜੀ ਇਸ ਦੇ ਵਿੱਚ ਬਿੱਲ ਭਰਦੀ ਹੈ। ਸੋ ਲਾਈਨਾਂ ਤੁਹਾਨੂੰ ਦਿਖਾ ਦਈਏ। ਪਰਲੇ ਪਾਸੇ ਇੱਕ ਲਾਈਨ ਲੱਗੀ ਹੋਈ ਹੈ ਜਿਸ ਦੇ ਵਿੱਚ ਕਿ ਲੋਕ ਵਿੰਡੋ ਦੇ ਇੰਤਜ਼ਾਰ ਕਰ ਰਹੇ ਹਨ। ਉਹਨਾਂ ਨੇ ਫਾਰਮ ਭਰੇ ਹੋਏ ਆ ਔਰ ਡਾਕੂਮੈਂਟਸ ਨਾਲ ਲੈ ਕੇ ਆਏ ਆ। ਉਹ ਬਿੱਲ ਮਾਫ ਕਰਵਾਉਣ ਵਾਸਤੇ ਅੱਗੇ ਜਾ ਰਹੇ ਹਨ। ਕਿਸ ਤਰ੍ਹਾਂ ਬਿੱਲ ਮਾਫ ਹੁੰਦਾ ਹੈ? ਇੱਥੇ ਦੂਸਰੀ ਵਿੰਡੋ ਹੈ ਜਿੱਥੇ ਕਿ ਅਫਸਰ ਬੈਠੇ ਆ, ਉਹ ਇਹਨਾਂ ਨੂੰ ਦੱਸਦੇ ਕਿ ਕਿੰਨਾ ਬਿੱਲ ਤੁਹਾਡਾ ਮਾਫ ਹੋਊਗਾ ਤੇ ਕਿੰਨਾ ਬਿੱਲ ਤੁਸੀਂ ਭਰਨਾ ਹੋਊਗਾ, ਤੇ ਲੋਕ ਉਹ ਬਿੱਲ ਭਰ ਰਹੇ ਆ। ਤੁਸੀਂ ਮਾਫ ਕਰਵਾਉਣਾ ਹੈ ਜੀ ਬਿੱਲ? ਫਾਰਮ ਭਰ ਲਿਆ? ਅੱਛਾ, ਕਿੰਨਾ ਬਿੱਲ ਸੀ ਤੁਹਾਡਾ? 4.5 ਤੇ ਕਿੰਨਾ ਮਾਫ ਹੋ ਗਿਆ? ਹਾਲੇ ਤਾਂ ਹੋਇਆ ਨਹੀਂ। ਉਮੀਦ ਹੈ ਕਿ ਹੋ ਜਾਊਗਾ। ਅਬ ਦੇਖੋ। ਸੋ ਇਹਨਾਂ ਨੇ ਬਿੱਲ ਮਾਫ ਕਰਵਾਉਣ ਦਾ ਫਾਰਮ ਭਰਤਾ ਜੀ। ਇਸ ਤਰ੍ਹਾਂ ਦਾ ਫਾਰਮ ਹੈ, ਇਸ ਨੂੰ ਇਸ ਤਰ੍ਹਾਂ ਭਰਨਾ ਹੈ। ਅੱਛਾ, ਮਿਊਨਿਸਪਲ ਕਾਉਂਸਲਰ ਦੇ ਸਾਈਨ ਨਹੀਂ ਚੱਲਣਗੇ? ਪਤਾ ਨਾ, ਮੈਨੂੰ ਤਾਂ ਨਹੀਂ ਪਤਾ। ਅੱਛਾ, ਸੋ ਇਹ ਤਿੰਨਾਂ ਚੋਂ ਇੱਕ ਦੇ ਕਰਾਣੇ ਸੀ, ਤੁਸੀਂ 2 ਕਰਾ ਲਏ, ਮੇਰੇ ਖਿਆਲ ਚੱਲ ਜਾਣਗੇ। ਕਹਿੰਦੇ 2 ਗਏ, ਤੀਸਰੇ ਦੇ ਕਹਿੰਦੇ 3। ਤੀਜੇ ਦੇ ਵੀ ਕਰਾਣੇ ਪੈਣਗੇ। ਸੋ ਇਹ ਫਾਰਮ ਹੈ ਜੀ, ਇਹਦੇ ਨਾਲ ਇਹਨਾਂ ਨੇ ਆਪਣਾ ਆਧਾਰ ਕਾਰਡ ਲਗਾਇਆ, ਉਸ ਤੋਂ ਬਾਅਦ ਬਿੱਲ ਲਗਾਇਆ। ਹੁਣ ਇਹਨਾਂ ਨੇ 2 ਸਾਈਨ ਕਰਾ ਰਹੇ ਆ, ਜਿਹਦੇ ਵਿੱਚ ਇੱਕ ਕਾਉਂਸਲਰ ਦੇ ਸਾਈਨ ਹੈ, ਇਹ ਦੂਸਰਾ ਕਿਸ ਦੇ ਹੈ ਜੀ? ਇਹ ਅੰਦਰੋਂ ਹੋਏ ਆ ਦਫ਼ਤਰ ਤੋਂ, ਇਹ ਇੱਥੇ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਨੇ। ਤੀਜਾ ਤਹਿਸੀਲਦਾਰ ਦੇ ਸਾਈਨ। ਤਹਿਸੀਲਦਾਰ ਦੇ ਸਾਈਨ ਕਰਾਉਣ 'ਚ ਅੱਜ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਲੋਕਾਂ ਨੇ ਜਦੋਂ ਉੱਥੇ ਹੋ ਹੱਲਾ ਕੀਤਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦਾ ਤਹਿਸੀਲਦਾਰ ਵੱਲੋਂ ਉਹਨਾਂ ਦੇ ਦਸਤਖਤ ਕੀਤੇ ਗਏ। ਹਾਂਜੀ, ਕਿੰਨਾ ਬਿੱਲ ਪਰ ਮਾਫ ਕਰਵਾਉਣਾ ਆਏ ਸੀ? ਵੈਸੇ ਬਿੱਲ ਤਾਂ ਮੇਰਾ ਹੈਗਾ ਸੀ 10490 ਦਾ। ਅੱਛਾ ਜੀ। ਇਹਨਾਂ ਨੇ ਹੁਣ ਮਾਫ ਜਿਹੜਾ ਕੀਤਾ ਹੈਗਾ, ਬਕਾਇਆ ਤਾਂ ਮੇਰਾ 5000 ਕਹਿੰਦੇ, ਹੋਰ 5060 ਭਰਨਾ ਪਊਗਾ ਇਹਦੇ ਵਿੱਚ। ਨਹੀਂ, ਤੁਹਾਡਾ 10000 ਦਾ ਬਿੱਲ ਸੀ, 5060 ਰੁਪਏ ਭਰਨੇ ਪੈਣਗੇ ਨਾਲੇ ਮੁੱਖ ਮੰਤਰੀ ਨੇ ਕਿਹਾ ਸਾਰਾ ਹੀ ਮਾਫ ਹੋ ਜੂ। ਨਹੀਂ ਜੀ ਇਹ ਕਹਿ ਉਹਦੇ 75% ਕਹਿੰਦੇ ਸੀ ਪਰ ਇਹ 75% ਦਾ ਵੀ ਹਿਸਾਬ ਨਹੀਂ। ਉਹ ਇਹ ਕਹਿ ਰਹੇ ਕਿ ਹੁਣ ਲਾਸਟ ਜਿਹੜਾ ਬਿੱਲ ਸੀ ਉਹਦੇ ਵਿੱਚੋਂ ਹੀ ਹੋਊਗਾ। ਤੇ ਅੱਛਾ, ਸਿਰਫ ਅਖੀਰਲਾ ਬਿੱਲ ਮਤਲਬ ਸਤੰਬਰ ਦਾ ਬਿੱਲ ਮਾਫ ਹੋਊਗਾ? ਜੇ ਮੇਰਾ ਸਤੰਬਰ ਦੇ ਪਹਿਲੇ ਦਾ ਬਿੱਲ ਆ ਉਹਦੇ ਵਿੱਚ ਵੀ ਇਹ ਕਹਿੰਦੇ ਕਿ ਨਹੀਂ, ਇੰਨਾ ਹੀ ਮਾਫ ਹੋਊਗਾ। ਜਦੋਂ ਅਨਾਉਂਸਮੈਂਟ ਹੋਈ, ਤੁਸੀਂ ਫਾਰਮ ਲਿੱਤਾ, ਤੁਸੀਂ ਫਾਰਮ ਭਰਿਆ, ਤੁਹਾਨੂੰ ਕੀ ਲੱਗ ਰਿਹਾ ਸੀ ਵੀ ਕੀ ਮਾਫ ਹੋ ਜਾਊਗਾ? ਸਾਨੂੰ ਐ ਸੀ ਕਿ 10000 ਦੇ ਵਿੱਚੋਂ 75% ਹੋਊਗਾ। ਮੈਨੇ ਕਰੀਬ ਐਂ ਲਾ ਲਈਏ ਕਿ 7500 ਰੁਪਇਆ ਮਾਫ ਹੋਊਗਾ, 2500 ਜਾਂ 2600 ਦਾ ਸਾਡਾ ਬਿੱਲ ਹੋਊਗਾ, ਬਕਾਇਆ ਭਰਨਾ ਹੋਊਗਾ। ਇਹ ਕਦੋਂ ਦਾ ਬਿੱਲ ਪੈਂਡਿੰਗ ਹੈ? ਇਹ ਮੇਰਾ ਅਗਸਤ ਸਤੰਬਰ ਦਾ ਹੈ। ਅਗਸਤ ਔਰ ਸਤੰਬਰ ਦਾ ਬਿੱਲ ਲੈ ਕੇ ਆਏ ਆ। 10000 ਦਾ ਬਿੱਲ ਸੀ, ਇਹਨਾਂ ਨੂੰ ਉਮੀਦ ਸੀ 7500 ਰੁਪਏ ਮਾਫ ਹੋਊਗਾ। ਤੇ ਕਿਹੜੇ ਡਾਕੂਮੈਂਟਸ ਲਾਏ ਜੀ ਤੁਸੀਂ? ਇਹਦੇ ਬਿੱਲ ਲਗਾਇਆ ਆਪਣਾ, ਤੇ ਨਾਲ ਆਪਣੇ ਆਧਾਰ ਕਾਰਡ ਦੀ ਕਾਪੀ ਲਈ ਹੈ। ਮੀਟਰ ਤੁਹਾਡੇ ਨਾਮ ਤੇ ਹੈ?
ਨਹੀਂ ਫਾਦਰ ਸਾਹਿਬ ਦੇ ਨਾਮ ਤੇ ਹੈ। ਤੇ ਆਧਾਰ ਕਾਰਡ ਦੀ ਕਾਪੀ ਤੁਹਾਡੀ ਲੱਗੀ ਹੈ? ਮੈਂ ਆਪਣੀ ਲਗਾਈ ਹੈ ਕਿਉਂਕਿ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤਾਂ ਉਹਦੀ ਜਗ੍ਹਾ ਤੇ ਮੈਂ ਆਪਣੀ ਲਗਾਈ ਹੈ। ਇਹ 3 ਦਸਤਖਤ ਕਹੇ ਆ, 3 ਕਰਾਏ ਆ ਕਿ 1 ਕਰਾਇਆ? ਅਜੇ ਮੈਂ ਕੋਈ ਵੀ ਨਹੀਂ ਕਰਾਇਆ। ਪਹਿਲੇ ਬਿੱਲ ਭਰਨਾ ਮੈਨੂੰ ਦੱਸਿਆ ਸੀ ਕਿ ਬਿੱਲ ਭਰ ਦਿਓ, ਤਾਂ ਉਸ ਤੋਂ ਬਾਅਦ ਦਸਤਖਤ ਕਰਾਣੇ ਨੇ। ਅਜੇ ਮੈਂ ਕੁਝ ਨਹੀਂ ਕਰਾ। ਹੁਣ ਇਹਨਾਂ ਨੇ ਬਿੱਲ ਦਾ ਮੈਨੂੰ ਦੱਸਿਆ ਕਿ ਇੰਨਾ ਬਿੱਲ ਭਰਵਾਉਣਾ ਪਏਗਾ। ਮਤਲਬ ਉਮੀਦ ਪੂਰੀ ਨਹੀਂ ਹੋਈ, ਮਤਲਬ 5000 ਭਰਾਣਾ ਪਊਗਾ, ਮਤਲਬ 50% ਲੈਸ ਹੋਇਆ। ਹਾਂਜੀ 50%। ਸੋ ਕਲੀਅਰ ਹੈ ਕਿ 50% ਹੀ ਲੈਸ ਹੋਇਆ। ਇਹਨਾਂ ਨੂੰ ਉਮੀਦ ਸੀ 75% ਹੋ ਜਾਊਗਾ। ਸਰਕਾਰ ਤਾਂ ਕਹਿੰਦੀ ਸੀ ਵੀ ਸਾਰੇ ਹੀ ਮਾਫ ਕਰ ਦਿਆਂਗੇ, ਬਿਜਲੀ ਦੇ ਬਿੱਲ ਮਾਫ, ਪਰ ਮਾਫ ਨਹੀਂ ਹੋ ਰਹੇ। ਇਸ ਤਰ੍ਹਾਂ ਜਿਹੜਾ ਹੈ ਇਹ ਜਿਹੜਾ ਕੁਛ ਨਾ ਕੁਛ ਕੰਡੀਸ਼ਨਾਂ ਬਣਾਈਆਂ ਗਈਆਂ। ਤੁਹਾਡਾ ਵੀ ਮਾਫ ਹੋ ਗਿਆ ਜੀ? ਇੱਕ ਮਿੰਟ ਦਿਖਾਓ ਕਿੰਨਾ ਬਿੱਲ ਮਾਫ ਹੋਇਆ। ਇਹ 6000 ਰੁਪਏ ਸੀ, 3735 ਭਰਨੇ ਆ। 6000 ਦਾ ਸੀ ਇਹਨਾਂ ਦਾ ਬਿੱਲ, 3735 ਭਰਨੇ। ਕਦੋਂ ਦਾ ਬਿੱਲ ਸੀ ਇਹ? ਇਹ ਪਿਛਲੇ ਮਹੀਨੇ ਦਾ ਹੀ ਸੀ ਜੀ। ਪਿਛਲੇ ਮਹੀਨੇ ਦਾ ਸਾਰਾ, ਪਿਛਲਾ ਤਾਂ ਸਾਰਾ ਭਰਿਆ ਹੋਇਆ ਸੀ, ਬਸ ਪਿਛਲੇ ਮਹੀਨੇ ਦਾ ਮਾਫ ਕਰਾ ਰਹੇ ਹੋ। ਕਿਹੜੇ ਕਿਹੜੇ ਡਾਕੂਮੈਂਟ ਲਾਏ ਆ? ਬਾਈ ਇਹ ਸਰਟੀਫਿਕੇਟ ਹੈ ਜੀ, ਜਾਤ ਦਾ ਸਰਟੀਫਿਕੇਟ ਹੈ ਜੀ। ਅੱਛਾ ਆਧਾਰ ਕਾਰਡ ਹੈ ਜੀ। ਅੱਛਾ। ਸਿੰਪਲ ਸਰਟੀਫਿਕੇਟ ਤਹਿਸੀਲਦਾਰ ਦੇ ਸਾਈਨ ਕਰਾਏ ਆ, ਕਾਉਂਸਲਰ ਦੇ ਕਰਾਏ ਆ? ਇਹ ਉਹਨਾਂ ਨੇ ਕਰੇ ਨਹੀਂ ਸੈਨ ਜੀ। ਤਹਿਸੀਲਦਾਰ ਕੀ ਕਹਿੰਦੇ? ਉਹ ਕਹਿੰਦੇ ਉੱਥੇ ਹੀ ਕਰਨਗੇ ਬਿਜਲੀ ਬੋਰਡ ਵਾਲੇ। ਹਾਂ ਜੀ ਉੱਥੇ ਚਲੋ ਇਹਨਾਂ ਦਾ 50% ਬਿੱਲ ਮਾਫ ਹੋ ਗਿਆ। ਸੋ ਇੱਕ ਲਾਈਨ ਤੁਹਾਨੂੰ ਦਿਖਾਈਏ ਕਿ ਜਿਸ ਤਰ੍ਹਾਂ ਇਹ ਲੋਕ ਆ ਰਹੇ ਹੈ, ਇਹਨਾਂ ਨੂੰ ਹਜੇ ਕਲੀਅਰ ਨਹੀਂ ਹੈ ਕਿ ਬਿੱਲ ਕਿੰਨਾ ਮਾਫ ਹੋਏਗਾ। ਲੋਕ ਤਾਂ ਇਹ ਸੋਚ ਕੇ ਆ ਰਹੇ ਹੈ ਕਿ ਸਾਰਾ ਹੀ ਬਿੱਲ ਮਾਫ ਹੋ ਜਾਊਗਾ। ਪਰਲੇ ਪਾਸੇ ਇੱਕ ਲਾਈਨ ਲੱਗੀ ਹੋਈ ਹੈ ਜਿਸ ਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਲੰਬੀ ਲਾਈਨ ਹੈ ਔਰ ਲੋਕ ਇੰਤਜ਼ਾਰ ਕਰ ਰਹੇ ਹੈ ਆਪਣੀ ਬਾਰੀ ਕਿ ਉਹਨਾਂ ਦਾ ਬਿੱਲ ਜਿਹੜਾ ਹੈ ਉਹ ਮਾਫ ਹੋ ਜਾਵੇ। ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਪੂਰੇ ਦੇ ਪੂਰੇ ਬਿੱਲ ਮਾਫ ਹੋ ਜਾਣਗੇ, ਪਰ ਇੱਥੇ ਲੱਗਦਾ ਹੈ ਕਿ ਬਿੱਲ ਘੱਟ ਮਾਫ ਹੋਣਗੇ। ਪਰਲੀ ਲਾਈਨ 'ਚ ਵੀ ਦੇਖਦੇ ਹਾਂ ਕਿ ਉੱਥੇ ਕਿਸ ਤਰ੍ਹਾਂ ਦੀ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਉੱਥੇ। ਸੋ ਇੱਥੇ ਹਿਸਾਬ ਕਿਤਾਬ ਲਾਇਆ ਜਾਂਦਾ ਵੀ ਕਿੰਨਾ ਬਿੱਲ ਮਾਫ ਹੋਊਗਾ। ਕੀ ਨਾਮ ਹੈ ਵੀਰ ਜੀ ਤੁਹਾਡਾ? ਮੇਰਾ ਨਾਮ ਜੀ ਸੁਰਜੀਤ ਸਿੰਘ। ਸੁਰਜੀਤ ਸਿੰਘ, ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਜੀ ਗੋਬਿੰਦ ਨਗਰ ਸਰਹੰਦ ਰੋਡ ਤੇ ਜੀ। ਅੱਛਾ। ਇਹ ਬਿੱਲ ਮਾਫ ਕਰਾਉਣ ਆਏ ਸੀ, ਕਿੰਨਾ ਬਿੱਲ ਸੀ, ਕਦੋਂ ਦਾ ਪੈਂਡਿੰਗ ਸੀ? ਇਹ ਬਿੱਲ ਮੇਰਾ ਜੀ 1 ਸਾਲ ਤੋਂ ਪੈਂਡਿੰਗ ਸੀਗਾ ਜੀ। ਤੇ ਇਹ ਬਿੱਲ ਸੀਗਾ ਆਪਣਾ 19840 ਰੁਪਏ ਸੀਗਾ ਜੀ। ਮੈਂ 1200 ਰੁਪਇਆ ਭਰਨਾ ਜੀ। 19840 ਰੁਪਏ 40 ਰੁਪਏ, ਸਿਰਫ 1200 ਭਰਨਾ? 1200 ਭਰਨਾ ਜੀ, ਬਾਕੀ ਮੈਨੂੰ ਮਾਫ ਹੈ ਜੀ। ਇਹ ਕੀ ਕਹਿੰਦੇ ਫਿਰ ਅਫਸਰ, ਕਿਉਂ ਮਾਫ ਕਰਤਾ, ਬਾਕੀਆਂ ਦਾ 50% ਮਾਫ ਕੀਤਾ? ਇਹ ਨਹੀਂ ਪਤਾ ਜੀ, ਆਪਾਂ ਨੂੰ ਤਾਂ ਲਿਖ ਕੇ ਦਿਆ ਹੈਗਾ, ਕਹਿੰਦਾ ਸਿਰਫ 1200 ਭਰ ਦਿਓ, ਬਾਕੀ ਬਸ ਸਾਰਾ ਮਾਫ ਹੈ ਜੀ। ਕਿਹੜੇ ਕਿਹੜੇ ਕਾਗਜ਼ ਲਗਾਏ ਆ? ਕਾਗਜ਼ ਤਾਂ ਮੈਂ ਡਾਕੂਮੈਂਟ ਲਗਾਣੇ ਵਾਲੀ ਸਿਰਫ ਪੁੱਛਣ ਵਾਸਤੇ ਆਇਆ ਸੀਗਾ। ਫਾਰਮ ਲਿਆ ਤਾਂ ਸਿਰਫ ਪੁੱਛਣ ਵਾਸਤੇ ਆਇਆ ਸੀਗਾ। ਚਲੋ ਮਤਲਬ ਅਲੱਗ-ਅਲੱਗ ਸਲੈਬ ਹੈਗੀ। ਇਹਨਾਂ ਦਾ 19000 ਸੀ, 12000 ਚ ਕੰਮ 1200 ਦੇ ਵਿੱਚ 1200 ਰੁਪਏ ਦੇ ਵਿੱਚ ਕੰਮ ਹੋ ਗਿਆ। ਤੁਹਾਡਾ ਕਿੰਨਾ ਬਿੱਲ ਸੀਗਾ ਜੀ? ਪਹਿਲੇ 16000 ਸੀਗਾ, ਉਸ ਤੋਂ ਬਾਅਦ ਇਹਨਾਂ ਨੇ ਘਟਾ ਕੇ ਨਾ 6500 ਕਰਿਆ। 6500 ਤਾਂ ਹੁਣ 6500 ਹੈਗਾ, ਹੁਣ 6800 ਕਰ ਦਈਏ, ਪਤਾ ਨਹੀਂ ਕਿਆ ਵਧਾਤਾ। ਹੋਰ ਕਹਿੰਦੇ ਅਭੀ ਉਹ ਲੱਗ ਗਿਆ, ਅਭੀ ਲੱਗਿਆ ਨਹੀਂ, ਅਭੀ ਤਾਂ ਡੇਟ ਪਈ ਹੈ ਜੇ ਪਹਿਲੀ। ਬਿੱਲ ਤੁਹਾਡਾ ਕਦੋਂ ਦਾ ਪੈਂਡਿੰਗ, ਬਿੱਲ ਕਦੋਂ ਦਾ ਪੈਂਡਿੰਗ ਸੀ? ਹੈ ਜੀ ਪਿਛਲਾ ਪੈਂਡਿੰਗ ਸੀਗਾ ਕਾਫੀ ਦੇਰ ਤੱਕ, ਕਿੰਨੀ ਦੇਰ ਤੋਂ? ਹੋ ਗਏ 2-3 ਮਹੀਨੇ ਤੋਂ, ਮਤਲਬ 2-3 ਮਹੀਨੇ। ਹਾਂ 2-3 ਸੋ ਇਹਨਾਂ ਦਾ ਬਿੱਲ ਮੀਟਰ ਹੈ ਜਿਹੜਾ 2-3 ਮਹੀਨੇ ਪੈਂਡਿੰਗ ਸੀ। ਇਹ ਪਹਿਲਾਂ ਚਾਚੇ ਜੀ ਦੀ ਹੋ ਗਈ ਸੀ, ਚਾਚੀ ਦੇ ਨਾਮ ਹੈ। ਅੱਛਾ। ਚਾਚੇ ਦੇ ਨਾਮ ਹੀ ਆ ਜੇ, ਉਹਨਾਂ ਦੇ ਨਾਮ ਨਹੀਂ ਹੈ, ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦੀ। ਤੇ ਫਿਰ ਵੀ ਸੋ ਹੁਣ ਜਿਹੜਾ ਬਿੱਲ ਹੈ ਤੁਹਾਡਾ 6500 ਸੀ ਜੀ, 6800 ਹੋ ਗਿਆ। ਇਹਨਾਂ ਦਾ ਬਿੱਲ ਵੱਧ ਗਿਆ ਕਿਉਂਕਿ ਪਹਿਲਾਂ ਕਿੰਨਾ ਸੀ ਟੋਟਲ ਬਿੱਲ? ਪਹਿਲੇ 16000 ਸੀਗਾ ਕੁਛ, ਤੇ ਹੁਣ 2200 ਰੁਪਏ ਹੁਣ ਬਿੱਲ ਆਇਆ। ਹੁਣ ਉਹ ਲੱਗ ਕੇ ਦੇਖ ਲਓ ਕਿੰਨਾ ਬਣਿਆ। ਉਸ ਤੋਂ ਬਾਅਦ ਕੱਟ ਕੇ ਇਹਨੇ 6500 ਬਣਾਇਆ। ਅੱਛਾ ਜੀ। 6500 ਤਾਂ ਹੁਣ ਮੈਂ ਭਰਨ ਆਇਆ ਤਾਂ ਹੁਣ 6800 ਬਣਾ ਦਿਆ। ਚਲੋ 300 ਰੁਪਏ ਜੁਰਮਾਨਾ ਲਗਾਤਾ। ਜੁਰਮਾਨਾ ਤਾਂ ਲੱਗਦਾ ਜੋ ਪਹਿਲੀ ਤਰੀਕ ਨੂੰ ਭਰਦੇ ਨਾ, ਅੱਜ ਵੀ ਜੁਰਮਾਨਾ ਦਾ ਵੀ ਪਹਿਲੀ ਤਰੀਕ ਤਾਂ ਆਈ ਨਹੀਂ, ਜੇ ਲੇਟ ਪਹਿਲੀ ਭਰਨ ਆਇਆ ਸੀ ਤੇ ਜੁਰਮਾਨਾ। ਸੋ ਕਨਫਿਊਜ਼ਨ ਹੈ ਜੀ, ਇਹਨਾਂ ਦਾ 6500 ਭਰਨਾ ਸੀ, 6800 ਹੋ ਗਿਆ। ਇਹ ਸੋਚ ਰਹੇ ਇਹ ਜੁਰਮਾਨਾ ਲੱਗ ਨਹੀਂ ਸਕਦਾ, ਇਹ ਕਿਵੇਂ ਲੱਗ ਗਿਆ? ਪਰ 16000 ਦਾ ਹੁਣ 6500 ਭਰਨਾ ਹੈ। ਹਾਂ ਉਹੀ ਤਾਂ ਕਰ 6500 ਭਰਨਾ ਹੈ, 6800 ਭਰਨਾ ਹੁਣ 16000 ਦਾ। ਹਾਂ ਜੀ 16000 ਦਾ। ਇਹ ਕੀ ਚੱਕਰ ਹੈ? ਕਿਸੇ ਦਾ ਤਾਂ 1200 ਰਹਿ ਗਿਆ ਹੈ, 12। ਚੱਕਰ ਹੈ, ਸਮਝ ਨਹੀਂ ਆ ਰਹੀ। ਹੁਣ ਦੱਸ ਰਹੇ ਆ, ਹੁਣ ਕਹਿੰਦੇ ਲੇਟ ਤਾਂ ਹੋਇਆ ਨਹੀਂ। ਤੁਸੀਂ ਆਪ ਹੀ ਦੇਖੋ, ਡੇਟ ਦੇਖੋ ਨਾ ਪਹਿਲੇ। ਅਭੀ ਡੇਟ ਦਾ ਵੀ ਪਹਿਲੀ ਤਰੀਕ ਦੀ ਪਈ, 11ਵੇਂ ਮਹੀਨੇ ਦੀ ਪਈ, 3/11 ਦੀ ਭਰਨਾ ਹੈ। ਹੋ ਗਏ ਨਾ, ਲੇਟ ਫੀਸ ਲਾਈ ਹੈ ਦੇਖੋ 300। ਇੱਕ ਆਦੀ ਲੇਟ ਫੀਸ ਲੱਗੀ, ਹੱਦ ਹੋ ਗਈ ਦੱਸੋ। ਚਲੋ ਗੱਲ ਕਰਾਂਗੇ ਅਫਸਰਾਂ ਨਾਲ। ਹਾਂਜੀ ਤੁਹਾਡਾ ਕੀ ਹੈ, ਕਿੰਨਾ ਬਿੱਲ ਸੀਗਾ? ਮੇਰਾ ਜੀ 36660 ਜੀ। ਅੱਛਾ। ਉਹ ਚੋਂ ਮੈਨੂੰ 3400 ਭਰਨਾ ਜੀ। ਕਿੰਨੇ ਦੇਰ ਦਾ ਪੈਂਡਿੰਗ ਸੀਗਾ ਬਿੱਲ? ਘੱਟੋ 1 ਸਾਲ ਦਾ ਪੈਂਡਿੰਗ। ਮਤਲਬ ਜਿਨ੍ਹਾਂ ਦਾ ਵੱਧ ਦੇਰ ਤੋਂ ਪੈਂਡਿੰਗ ਸੀ ਉਹਨਾਂ ਦਾ ਬਿੱਲ ਬਹੁਤ ਜ਼ਿਆਦਾ ਮਾਫ ਹੋਇਆ ਕਿਉਂਕਿ ਇਹਨਾਂ ਦਾ ਬਿੱਲ 36660 ਰੁਪਏ ਸੀ। ਤੁਸੀਂ ਦੇਖ ਸਕਦੇ ਹੋ 36660 ਰੁਪਏ ਬਿੱਲ ਸੀ, ਮਾਫ ਹੋ ਕੇ 3400 ਰੁਪਏ ਰਹਿ ਗਿਆ ਇਹਨਾਂ ਦਾ ਕਿਉਂਕਿ 1 ਸਾਲ ਦਾ ਪੈਂਡਿੰਗ ਸੀਗਾ। ਸੋ ਜਿਹਨਾਂ ਦੇ ਲੰਬੇ ਬਿੱਲ ਪੈਂਡਿੰਗ ਹੈ ਉਹਨਾਂ ਦੇ ਜਿਹੜੇ ਆ ਜ਼ਿਆਦਾ ਮਾਫ ਕੀਤੇ ਜਾ ਰਹੇ ਆ। ਫਾਰਮ ਕਿਵੇਂ ਭਰਿਆ ਜੀ ਤੁਸੀਂ? ਸਿੰਪਲ ਹੀ ਭਰਿਆ। ਕਿਹਦੇ ਕਿਹਦੇ ਸਾਈਨ ਹੋਏ ਆ? ਐਮਸੀ ਸਾਈਨ ਕਰਾਣੇ, ਤਹਿਸੀਲਦਾਰ ਦੇ ਕਰਾਣੇ ਜੀ। ਅੱਛਾ। ਬਿੱਲ ਭਰੋ, ਕਹਿੰਦੇ ਬਿੱਲ ਭਰੋ। ਕਹਿੰਦਾ ਪਹਿਲਾਂ ਬਿੱਲ ਭਰੋਗੇ ਨਾ, ਉਸ ਤੋਂ ਬਾਅਦ ਹੁਣ ਸਾਰਾ ਕੁਝ। ਅੱਛਾ, ਪਹਿਲਾਂ ਬਿੱਲ ਭਰ ਕੇ ਫਿਰ ਜਿਹੜੇ ਹੈ ਮਾਫ ਹੋਣਗੇ। ਸੋ ਤੁਹਾਡਾ ਬਹੁਤ ਸਾਰਾ ਜਿਹੜਾ ਹੈਗਾ ਮਾਫ ਹੋ ਗਿਆ ਨਾ, 3400 ਰਹਿ ਗਿਆ। ਹਾਂਜੀ 3400 ਰਹਿ ਗਿਆ। ਇਹਨਾਂ ਦਾ 3400 ਰਹਿ ਗਿਆ ਜੀ, ਜਦਕਿ ਇਹਨਾਂ ਦਾ 36000 ਰੁਪਏ ਬਿੱਲ ਸੀਗਾ। ਸੋ ਇਹਨਾਂ ਦਾ ਮਾਫ ਹੋਇਆ 1 ਸਾਲ ਦਾ ਬਿੱਲ। ਤੁਹਾਡਾ ਕਿੰਨਾ ਬਿੱਲ ਹੈ ਜੀ? ਸਰ ਜੀ ਸਾਡਾ ਬਿੱਲ ਸੀਗਾ ਹੋਰ ਜੀ ਮਤਲਬ ਲੋਕ ਕਿਤੇ ਨਾ ਕਿਤੇ ਕਨਫਿਊਜ਼ ਹੈ, ਸਮਝ ਨਹੀਂ ਆ ਰਿਹਾ। ਇਹਨਾਂ ਦਾ ਬਿੱਲ ਜਿਹੜਾ ਸੀਗਾ 12000 ਸੀ, 1 ਕਿਲੋਵਾਟ ਦਾ ਇਹਨਾਂ ਦਾ ਕਨੈਕਸ਼ਨ ਹੈ। ਕੱਲ ਇਹਨਾਂ ਨੂੰ ਕਿਹਾ ਗਿਆ 197 ਰੁਪਏ ਭਰਾ ਦਿਓ,
ਇਹਨਾਂ ਨੇ 197 ਰੁਪਏ ਭਰਾ ਤੇ ਮਤਲਬ 200 ਰੁਪਏ ਭਰਾ ਤਾਂ ਇਹਦੀ ਰਸੀਦ ਲਾ ਦੀ। ਜਦੋਂ ਰਸੀਦ ਲੈ ਕੇ ਗਏ ਤਾਂ ਇਹਨਾਂ ਨੂੰ ਹੁਣ ਕਿਹਾ ਜਾ ਰਿਹਾ ਕਿ 5300 ਰੁਪਏ ਭਰ ਦਿਓ। ਕੱਲ ਕਿੰਨੇ ਕਹੇ ਗਏ ਸੀ? 197 ਰੁਪਏ ਜੀ। ਕੱਲ 197 ਕਹੇ ਗਏ ਸੀ, 197 ਭਰਤੇ ਤੇ ਹੁਣ ਕਿਹਾ ਜਾ ਰਿਹਾ 5300 ਰੁਪਏ ਬਿੱਲ ਭਰ ਦਿਓ। ਕਿੰਨੀ ਦੇਰ ਦਾ ਪੈਂਡਿੰਗ ਬਿੱਲ ਹੈ? ਇਹ 8 ਮਹੀਨਾ ਲਾ ਲਓ ਜੀ। 8 ਮਹੀਨੇ ਦਾ ਪੈਂਡਿੰਗ ਹੈ। ਮਤਲਬ ਸਮਝ ਤੋਂ ਪਰੇ ਹੈ ਇਹਨਾਂ ਦੇ ਕਿ ਕਿਸ ਤਰ੍ਹਾਂ ਇਹ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ। ਕਿਸੇ ਦਾ ਬਿੱਲ ਬਹੁਤ ਜ਼ਿਆਦਾ ਮਾਫ ਹੋ ਰਿਹਾ ਹੈ, ਕਿਸੇ ਦਾ ਬਹੁਤ ਘੱਟ ਮਾਫ ਹੋ ਰਿਹਾ, ਕਿਸੇ ਦਾ ਘੱਟ ਮਾਫ ਕਰਕੇ ਬਾਅਦ ਦੇ ਵਿੱਚ ਬਿੱਲ ਵੱਧ ਰਹੇ ਹੈ। ਕਨਫਿਊਜ਼ਨ ਹੈ, ਕੋਈ ਸਿਸਟਮ ਨਹੀਂ ਹੈ। ਕੋਈ ਇੱਥੇ ਜਾਣਕਾਰੀ ਦੇਣ ਵਾਸਤੇ ਹੈ? ਕੋਈ ਨਹੀਂ ਪੁੱਛਦਾ ਜੀ ਇੱਥੇ, ਬਸ ਹੈਰਾਨਗੀ ਇੱਧਰ ਉੱਧਰ ਤੋਂ ਉੱਧਰ ਜਾਓ। ਕਦੇ ਉਸ ਤਾਕੀਏ ਚਲ ਜਾਓ, ਕੋਈ ਦੂਜੇ ਤਾਕੀਏ ਕੇ ਚਲੀ ਜਾਓ। ਤਾਕੀਆਂ ਕੇ ਹੈਰਾਨਗੀ ਹੁੰਦੀ ਹੈ ਸਾਰੀ ਜਨਤਾ ਨੂੰ ਜੀ। ਤੇ ਸਾਈਨ ਸੂਈਨ ਕਰਾਉਣ 'ਚ ਵੀ ਦਿੱਕਤ ਆ ਰਹੀ ਹੈ ਐਮਸੀ ਦੇ, ਤਹਿਸੀਲਦਾਰ ਦੇ, ਹੋਰ ਅਫਸਰਾਂ ਦੀ? ਦਿੱਕਤ ਨਹੀਂ ਆ ਰਹੀ ਉਹ ਦਿੱਕਤ ਨਹੀਂ ਹੈ, ਨਾ। ਇੱਥੇ ਹੀ ਤੰਗ ਕਰਦੇ। ਮੈਂ ਇੱਥੇ ਬਿਜਲੀ ਬੋਰਡ ਦੇ ਦਫ਼ਤਰ 'ਚ ਹੈਰਾਨਗੀ ਹੁੰਦੀ ਪਈ ਹੈ। ਉੱਧਰ ਤਿੰਨ ਲੈਣਾ ਲੱਗੀਆਂ, ਤਿੰਨ ਲੈਣਾ ਇੱਧਰ ਲੱਗੀਆਂ ਨੇ। ਐਸਡੀਓ ਸਾਹਿਬ ਕੱਲ੍ਹ ਮਿਲੇ ਸਨ, ਅੱਜ ਸਵੇਰ ਦਾ ਬੂਹਾ ਬੰਦ ਹੋਇਆ ਜੀ। ਅੱਛਾ, ਅੱਜ ਨਹੀਂ ਮਿਲੇ। ਉਹ ਬੂਹਾ ਬੰਦ ਜੀ, ਤੁਹਾਡੇ ਸਾਹਮਣੇ ਵੇਖ ਲਓ। ਹਾਂ, ਤੁਸੀਂ ਦੱਸੋ ਕੀ ਕਹਿ ਰਹੇ ਹੋ? ਕਿਸੇ ਨੂੰ ਜਨਾਬ ਜੀ ਪ੍ਰੋਸੈਸ ਦਾ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਜਾਣਾ ਹੈ, ਕਿੱਥੇ ਸਾਈਨ ਕਰਾਉਣੇ ਨੇ, ਕਿੱਥੇ ਜਮ੍ਹਾਂ ਕਰਾਉਣਾ ਹੈ। ਇੱਕ ਦੋ ਚਾਰ ਬੰਦਾ ਕਲਾਸਾਂ ਪੜ੍ਹਿਆ ਹੋਵੇ ਉਹ ਗੱਲ ਵੱਖਰੀ ਹੈ, ਬੰਦੇ ਨੂੰ ਪਤਾ ਲੱਗ ਜਾਂਦਾ, ਅਗਲਾ ਭੱਜ ਨਾਲ। ਵਿਚਾਰੇ ਇੱਥੇ ਇੰਨੇ ਬਜ਼ੁਰਗ ਪਰੇਸ਼ਾਨ ਹੋ ਰਹੇ ਨੇ ਕਿ ਲਾਈਨ 'ਚ ਖੜੇ। ਜਿਹੜਾ ਬਜ਼ੁਰਗ ਇੱਕ ਮਿੰਟ ਬਾਬੂ ਜੀ, ਜਿਹੜਾ ਬਜ਼ੁਰਗ ਪਿੱਛੇ ਖੜਾ ਹੈ ਉਹ ਅੱਗੇ ਨਹੀਂ ਜਾ, ਜਿਹੜਾ ਅੱਗੇ ਖੜਾ ਉਹ ਪਿੱਛੇ ਨਹੀਂ ਜਾ ਸਕਦਾ। ਕਿਸੇ ਨੂੰ ਪ੍ਰੋਸੈਸ ਨਹੀਂ ਦੱਸਿਆ ਜਾ ਰਿਹਾ ਵੀ ਇੱਥੇ ਜਮ੍ਹਾਂ ਕਰਾਣੇ ਆ, ਇੱਥੋਂ ਸਾਈਨ ਕਰਾਓ। ਇੱਕ ਦੂਸਰੇ ਨੂੰ ਪੁੱਛ ਕੇ ਪ੍ਰੋਸੈਸ ਚੱਲ ਰਿਹਾ ਜੀ। ਅਸੀਂ ਇਹ ਰਿਕੁਐਸਟ ਕਰਦੇ ਹਾਂ ਵੀ ਜਿੰਨੇ ਅਜੇ ਹੋਰ ਵੀ ਬਥੇਰੇ ਆਣਗੇ ਜੀ, ਵੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਕੋਈ ਪ੍ਰੋਸੈਸ ਦੱਸਣ ਵੀ, ਜਾਂ ਕੋਈ ਲਿਖ ਕੇ ਲਾਇਆ ਜਾਵੇ, ਜਾਂ ਕੋਈ ਬੰਦਾ ਬਾਹਰ ਬੈਠੇ। ਬਿਲਕੁਲ ਲਿਖ ਕੇ ਲਾਇਆ ਜਾਵੇ, ਲੋਕ ਆਣ ਤੇ ਆਪਣਾ ਜਿਹੜਾ ਕੰਮ ਕਰਵਾ ਲੈਣ। ਹੁਣ ਤੁਹਾਡਾ ਕਿੰਨਾ ਬਿੱਲ ਸੀ? ਸਾਡਾ ਤਾਂ ਕੋਈ 6000 ਕੁਛ ਬਿੱਲ ਸੀ ਜੀ। ਹੁਣ ਮਾਫ ਕਰਕੇ ਕਿੰਨਾ ਰਹਿ ਗਿਆ? ਅਜੇ ਕੀ ਪਤਾ ਜੀ ਹੋਇਆ ਕਿ ਨਹੀਂ, ਤਾਂ ਸਾਨੂੰ ਇਹ ਨਹੀਂ ਦੱਸ ਨਹੀਂ ਰਹੇ ਜੀ ਇਹ ਜਮ੍ਹਾਂ ਕਿੱਥੇ ਕਰਾਉਣਾ ਹੈ ਜੀ। ਜੇ ਸਾਨੂੰ ਅਸੀਂ ਰਸੀਦਾਂ ਕਾਹਦੀਆਂ ਸਵੇਰੇ ਨਾਸ਼ਤਾ ਕਰਕੇ ਇਹਨਾਂ ਨੇ ਹੁਣ ਦਿੱਤੀਆਂ ਜੀ ਅੰਦਰੋਂ ਐਸਟੀਐਮ ਸਾਹਿਬ ਨੇ। ਸਵੇਰੇ ਨਾਸ਼ਤਾ ਕਰਕੇ ਆਏ, ਦੁਬਾਰੇ ਲੰਚ ਦਾ ਟਾਈਮ ਹੋ ਗਿਆ ਜੀ ਇੱਥੇ। ਹਾਂ, ਧੱਕੇ ਖਾਣ ਕੋਈ ਦੱਸਦਾ ਨਹੀਂ, ਮਤਲਬ ਕਿ ਵੀ ਕਿੱਥੇ ਜਾਣਾ ਹੈ, ਕੀ ਕਰਾਉਣਾ ਹੈ। ਸਾਡੇ ਵਰਗੇ ਤਾਂ ਫਿਰ ਵੀ ਪਤਾ ਕਰ ਲੈਣਗੇ। ਅਸੀਂ ਤਾਂ ਆਮ ਬੰਦਿਆਂ ਦੀ ਗੱਲ ਕਰ ਰਹੇ, ਜਿਹੜੇ ਵਿਚਾਰੇ ਐਸੇ ਬੰਦੇ ਖੜੇ ਨੇ ਜਿਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਵੀ ਜਮ੍ਹਾਂ ਫਾਰਮ ਭਰੂਗਾ। ਸੋ ਬਾਕੀ ਤੁਹਾਡੀ ਗੱਲ ਠੀਕ ਹੈ। ਅਸੀਂ ਕਾਫੀ ਲੋਕਾਂ ਨਾਲ ਗੱਲ ਕੀਤੀ ਹੈ। ਕਨਫਿਊਜ਼ਨ ਇੱਕ ਬਣੀ ਹੋਈ ਹੈ, ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਕਿਹੜੀ ਵਿੰਡੋ ਤੇ ਕਿਹੜਾ ਕੰਮ ਹੋਣਾ, ਕਿੱਥੇ ਜਾਈਏ, ਕਿੱਥੇ ਪੁੱਛੀਏ। ਪੁੱਛ ਕੋਈ ਕਾਊਂਟਰ ਜਿਹੜਾ ਉਹ ਇਹਨਾਂ ਨੂੰ ਰਾਹ ਨਹੀਂ ਪਾ ਰਿਹਾ, ਇਸ ਕਰਕੇ ਲੋਕ ਕਨਫਿਊਜ਼ ਹੈ। ਇਸ ਤੋਂ ਇਲਾਵਾ ਲੋਕ ਇਸ ਕਰਕੇ ਵੀ ਕਨਫਿਊਜ਼ ਹੈ ਕਿ ਸਾਈਨ ਕਿਤੋਂ ਕਰਾਣੇ ਆ, ਇਹ ਵੀ ਨਹੀਂ ਸਮਝ ਆ ਰਿਹਾ। ਮਤਲਬ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਦਾ ਗੈਪ ਹੈ। ਉਸ ਤੋਂ ਬਾਅਦ ਬਿੱਲ, ਜਿਸ ਤਰ੍ਹਾਂ ਇਹਨਾਂ ਦਾ ਬਿੱਲ ਵੱਧ ਗਿਆ, ਕਿਸੇ ਦਾ ਘੱਟ ਲੈਸ ਹੋ ਰਿਹਾ, ਕਿਸੇ ਦਾ ਵੱਧ ਲੈਸ ਹੋ ਰਿਹਾ, ਇਹ ਸਾਰੇ ਤੇ ਸਪਸ਼ਟੀਕਰਨ ਨਹੀਂ ਕੀਤਾ ਜਾ ਰਿਹਾ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਜਿਸ ਤਰ੍ਹਾਂ ਜਨਤਾ ਕਨਫਿਊਜ਼ ਨਜ਼ਰ ਆ ਰਹੀ ਸੀ, ਉਹਨਾਂ ਦੀ ਕਨਫਿਊਜ਼ਨ ਦੇ ਲਈ ਗੱਲ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਅਧਿਕਾਰੀਆਂ ਦੇ ਕੋਲ। ਐਸਡੀਓ ਸਾਹਿਬ ਸਾਡੇ ਨਾਲ ਮੌਜੂਦ ਨੇ, ਸੁਰਜੀਤ ਸਿੰਘ, ਉਹਨਾਂ ਨਾਲ ਗੱਲ ਕਰਦੇ ਆ। ਸਰ, ਅਸੀਂ ਬਾਹਰ ਦੇਖ ਰਹੇ ਸੀਗੇ ਲੋਕਾਂ ਦਾ ਬਿੱਲ ਮਾਫ ਹੋ ਰਿਹਾ। ਕਿਸੇ ਦਾ ਬਿੱਲ ਜਿਹੜਾ ਹੈ ਬਹੁਤ ਜ਼ਿਆਦਾ ਮਾਫ ਹੋ ਗਿਆ, ਜਿਸ ਤਰ੍ਹਾਂ ਕਿ 36000 ਸੀ ਉਸ ਦਾ ਬਿਲਕੁਲ 3600 ਰੁਪਏ ਭਰਨਾ। ਕਿਸੇ ਦਾ 10000 ਸੀ ਉਹਨੂੰ 5000 ਭਰਨਾ ਪੈ ਰਿਹਾ। ਇੱਕ ਤਾਂ ਇਹ ਕਨਫਿਊਜ਼ਨ ਹੈ। ਦੂਸਰਾ, ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਫਾਰਮ ਕਿੱਦਾਂ ਭਰਿਆ ਜਾਏ ਤੇ ਉਸ ਦੀ ਸਾਈਨ ਕਿਹਦੇ ਹੋਣੇ ਆ। ਇਸ ਚੀਜ਼ ਦੀ ਬੜੀ ਦਿੱਕਤ ਹੈ। ਇਹ ਥੋੜਾ ਜਿਹਾ ਬਰੀਫ ਕਰ ਦੋਗੇ ਤਾਂ ਜ਼ਿਆਦਾ ਬੈਟਰ ਰਹੂਗਾ ਜੀ। ਸਾਡੇ ਐਜ ਪਰ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀਆਂ ਇੰਸਟਰਕਸ਼ਨ ਅਨੁਸਾਰ ਜੋ ਬਿਜਲੀ ਬੋਰਡ ਵੱਲੋਂ ਫਾਰਮ ਜਾਰੀ ਹੋਇਆ ਉਹ ਭਰ ਕੇ ਸਾਡੇ ਉਹ ਫਸਟ ਤੇ ਸੈਕੰਡ ਵਿੰਡੋ 2 ਦਫ਼ਤਰ ਵੱਖਰੇ ਨੇ। ਉਹਨਾਂ ਦੇ ਵਿੱਚ ਅਸੀਂ ਚੈੱਕ ਕਰਦੇ ਅਮਾਊਂਟ ਜਿੰਨੀ ਸਾਡੇ ਕੋਲ ਆਈ ਹੋਈ ਆ ਵੀ ਕਿੰਨੀ ਅਮਾਊਂਟ ਇਹਨਾਂ ਦੀ ਮਾਫ ਕੀਤੀ ਹੋਈ ਆ, ਉਹ ਸਾਡੇ ਕੋਲ ਲਿਸਟ ਆਈਆਂ ਹੋਈਆਂ ਨੇ। ਉਹ ਅਸੀਂ ਲਿਖ ਕੇ ਸਾਡਾ ਜਿਹੜਾ ਡੀਲਿੰਗ ਹੈਂਡ ਉਹ ਵੈਰੀਫਾਈ ਕਰ ਦਿੰਦਾ ਹੈ। ਫਿਰ ਅਸੀਂ ਉਹਦੇ ਪਹਿਲਾਂ ਇੱਕ ਐਮਸੀ ਤੋਂ ਜਿਹੜਾ ਮਿਊਨਿਸਪਲ ਕਮਿਸ਼ਨਰ ਤੋਂ ਦਸਤਖਤ ਕਰਾਉਣ ਵਾਸਤੇ ਖਪਤਕਾਰ ਨੂੰ ਕਹਿੰਦੇ ਆ। ਉਸ ਤੋਂ ਬਾਅਦ ਜਿਹੜੀ ਉਹ ਅਮਾਊਂਟ ਵੈਰੀਫਾਈ ਕਰਕੇ ਅਸੀਂ ਦਸਤਖਤ ਕਰਕੇ ਹੁਣ ਅਸੀਂ ਆਪਣੇ ਕੋਲ ਰੱਖ ਰਹੇ ਹਾਂ ਫਾਰਮ। ਤੇ ਕੋਈ ਬਹੁਤਾ ਵੱਡਾ ਚੱਕਰ ਨਹੀਂ ਹੈਗਾ ਐਜ ਪਰ ਜੋ ਬਿਜਲੀ ਬੋਰਡ ਦੀਆਂ ਇੰਸਟਰਕਸ਼ਨਾਂ ਨੇ। ਹਾਂ, ਤਹਿਸੀਲਦਾਰ ਸਾਹਿਬ ਦੇ ਬਾਅਦ 'ਚ ਅਸੀਂ ਸਾਡੇ ਅਫਸਰਾਂ ਵੱਲੋਂ ਹਦਾਇਤ ਆਈ ਹੈ ਵੀ ਅਸੀਂ ਇਕੱਠੇ ਜਿਹੜੇ ਫਾਰਮ ਭਰ ਕੇ ਉੱਥੇ ਲੈਟਰ ਲਾ ਕੇ ਭੇਜਾਂਗੇ, ਉਹ ਫਿਰ ਉੱਥੋਂ ਦਸਤਖਤ ਹੋ ਕੇ ਆਉਣਗੇ। ਜੇਕਰ ਗੱਲ ਕਰ ਲਈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜਾ ਹੈ ਅਸੀਂ ਦੱਸਦੇ ਹਾਂ ਕਿ ਕਿੰਨੇ ਬਿੱਲ ਮਾਫ ਹੋਇਆ, ਕਿੰਨੇ ਪੈਸੇ ਮਾਫ ਹੋਏ ਆ, ਇਹ ਕਿਸ ਤਰ੍ਹਾਂ ਜਿਹੜਾ ਪਤਾ ਲੱਗ ਰਿਹਾ? ਤੁਹਾਡੇ ਕੋਲ ਲਿਸਟਾਂ ਨੇ ਸਾਰੇ ਖਪਤਕਾਰਾਂ ਦੀਆਂ ਜਾਂ ਜਿਨ੍ਹਾਂ ਦੇ ਮਾਫ ਹੋਏ ਆ ਉਹਦੀ ਲਿਸਟ ਹੈ ਤੁਹਾਡੇ ਕੋਲ? ਹਾਂ, ਜਿਹੜੇ ਖਪਤਕਾਰਾਂ ਦੇ 2 ਕਿਲੋਵਾਟ ਲੋਡ ਤੋਂ ਉੱਪਰ ਆ, ਸਾਡੇ ਬੈਕ ਐਂਡ ਤੋਂ ਜੋ ਸਾਡੇ ਕੋਲ ਲਿਸਟ ਆਈਆਂ ਨੇ ਉਹਦੇ ਵਿੱਚ ਜੋ ਵੀ ਅਮਾਊਂਟ ਹੁੰਦੀ ਆ ਅਸੀਂ ਉਹ ਵੈਰੀਫਾਈ ਸਾਡਾ ਡੀਲਿੰਗ ਹੈਂਡ ਕਰ ਦਿੰਦਾ। ਉਹਦੇ ਹਿਸਾਬ ਨਾਲ ਅਸੀਂ ਦਸਤਖਤ ਕਰਕੇ ਜਿਹੜਾ ਉਹ ਖਪਤਕਾਰ ਦਾ ਫਾਰਮ ਆਪਣੇ ਕੋਲ ਰੱਖ ਲੈਂਦੇ। ਕੁਝ ਲੋਕਾਂ ਦਾ 36000 ਦਾ 3600 ਰਹਿ ਗਿਆ, ਕਿਸੇ ਦਾ 10000 ਦਾ 5000 ਰਹਿ ਗਿਆ। ਇਹ ਡਿਫਰੈਂਸ ਕਿਉਂ ਹੈ? ਉਹ ਜੋ ਵੀ ਜਿੰਨੀ ਵੀ ਕਿਸੇ ਦੀ ਅਮਾਊਂਟ ਖੜੀ ਆ ਜੀ, ਉਹਦੇ ਹਿਸਾਬ ਨਾਲ ਜੋ ਸਾਡੇ ਤੋਂ ਬੈਕ ਐਂਡ ਤੋਂ ਲਿਸਟ ਆਈਆਂ ਹੋਈਆਂ ਨੇ ਅਸੀਂ ਉਹਦੇ ਹਿਸਾਬ ਨਾਲ ਜੋ ਕਿਸੇ ਦੀ ਅਮਾਊਂਟ ਜ਼ਿਆਦਾ ਖੜੀ ਆ, ਕਿਸੇ ਦੀ ਘੱਟ ਖੜੀ ਆ, ਤਾਂ ਉਹਦੇ ਹਿਸਾਬ ਨਾਲ ਜੋ ਵੀ ਸਾਡੇ ਕੋਲ ਬੈਕ ਐਂਡ ਤੋਂ ਲਿਸਟਾਂ ਮਾਫੀ ਦੀਆਂ ਆਈਆਂ ਹੋਈਆਂ ਨੇ ਅਸੀਂ ਉਸ ਹਿਸਾਬ ਨਾਲ ਅਮਾਊਂਟ ਵੈਰੀਫਾਈ ਕਰਕੇ ਆਪਣੇ ਕੋਲ ਫਾਰਮ ਦੇ ਵਿੱਚ ਵੈਰੀਫਾਈ ਕਰ ਦਿੰਦੇ ਹਾਂ ਤੇ ਦਸਤਖਤ ਕਰ ਦਿੰਦੇ ਹਾਂ। ਇਹ ਕੋਈ ਰੇਸ਼ੋ ਰੱਖੀ ਹੋਈ ਹੈ ਜਾਂ ਜਿਵੇਂ ਹੁਣ 36000 ਵਾਲੇ ਦਾ 3600 ਰਹਿ ਗਿਆ, ਆਪਾਂ ਗੱਲ ਕਰ ਲਈ 10% ਰਹਿ ਗਿਆ, ਉਹਦਾ 90% ਮਾਫ ਹੋ ਗਿਆ। ਉੱਥੇ 10000 ਵਾਲੇ ਦਾ 5000 ਰਹਿ ਗਿਆ, ਉਹਦਾ 50% ਮਾਫ ਹੋਇਆ। ਇਹਦੇ 'ਚ ਕਨਫਿਊਜ਼ ਹੈ ਬੜਾ ਤਕੜਾ।
ਨਹੀਂ, ਉਹ ਤਾਂ ਜਿਹੜਾ ਪਿੱਛੋਂ ਤੋਂ ਕਿਸੇ ਦਾ ਬਕਾਇਆ, ਜਿਹਦਾ ਜ਼ਿਆਦਾ ਬਕਾਇਆ ਖੜਾ ਉਹ ਜ਼ਿਆਦਾ ਮਾਫ ਹੋ ਜਾਊਗਾ ਜੀ, ਜਿਹਦਾ ਘੱਟ ਬਕਾਇਆ ਖੜਾ ਉਹਦਾ ਘੱਟ ਮਾਫ ਹੋਊਗਾ ਜੀ। ਅੱਛਾ, ਬਕਾਏ ਦੇ ਹਿਸਾਬ ਸਿਰ ਰੇਸ਼ੋ ਬਣਾਈ ਜਾ ਰਹੀ ਹੈ। ਬਕਾਏ ਦੇ ਹਿਸਾਬ ਨਾਲ ਜੋ ਪਿੱਛੇ ਜਿਹਦਾ ਜ਼ਿਆਦਾ ਬਕਾਇਆ ਖੜਾ 2 ਸਾਲ ਦਾ ਖੜਾ ਉਹਦਾ ਨੈਚੁਰਲੀ ਜ਼ਿਆਦਾ ਹੋਊਗਾ, ਜਿਹਦਾ ਸਾਲ ਦਾ ਜਾਂ 2-4 ਮਹੀਨੇ ਦਾ ਉਹਦਾ ਨੈਚੁਰਲੀ ਘੱਟ ਹੀ ਹੋਊਗਾ। ਇਸ ਹਿਸਾਬ ਨਾਲ ਇਹ ਰੇਸ਼ੋ ਅਸੀਂ ਕੁਝ ਨਹੀਂ ਕਰਦੇ, ਸਾਡੇ ਤੋਂ ਬੈਕ ਐਂਡ ਤੋਂ ਜੋ ਵੀ ਆਈਆਂ ਹੋਈਆਂ ਨੇ ਅਸੀਂ ਉਸ ਹਿਸਾਬ ਨਾਲ ਹੀ ਉਹ ਜਿਹੜੀ ਮਾਫ। ਜਿਹੜਾ 2 ਕਿਲੋਵਾਟ ਦਾ ਕਿਹਾ ਜਾ ਰਿਹਾ ਕਿ 2 ਕਿਲੋਵਾਟ ਤੱਕ ਦੇ ਲੋਕਾਂ ਦਾ ਬਿੱਲ ਮਾਫ ਕੀਤਾ ਜਾਊਗਾ, ਇਹ ਮੀਟਰ ਦੇ ਉੱਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ 2 ਕਿਲੋਵਾਟ ਹੈ, ਕੋਈ ਵੈਰੀਫਿਕੇਸ਼ਨਸ ਵੀ ਇਹਦੇ ਲਈ? ਨਹੀਂ, ਸਾਡੇ ਕੋਲ ਸਿਸਟਮ ਦੇ ਵਿੱਚ ਸੈਂਕਸ਼ਨ ਲੋਡ ਆਉਂਦਾ ਜੀ, ਇਹਦਾ ਕਿੰਨੇ ਕਿਲੋਵਾਟ ਲੋਡ ਆ, ਬਿੱਲ ਦੇ ਉੱਪਰ ਵੀ ਲੋਡ ਲਿਖਿਆ ਹੁੰਦਾ ਵੀ ਕਿੰਨੇ ਕਿਲੋਵਾਟ ਖਪਤਕਾਰ ਦਾ ਲੋਡ ਆ, ਉਸ ਹਿਸਾਬ ਨਾਲ ਅਸੀਂ ਦੇਖ ਕੇ ਸਾਡੇ ਕੋਲ ਲਿਸਟਾਂ ਉਹੀ ਕਿਲੋਵਾਟ ਦੇ ਹਿਸਾਬ ਨਾਲ ਆਈਆਂ ਹੋਈਆਂ ਜਿਨ੍ਹਾਂ ਦਾ ਬੈਕ ਐਂਡ ਤੋਂ ਜੋ ਵੀ ਮਾਫੀ ਸਰਕਾਰ ਵੱਲੋਂ ਦਿੱਤੀ ਗਈ ਆ, ਅਸੀਂ ਉਹੀ ਜੋ ਸਰਕਾਰ ਵੱਲੋਂ ਬੈਕ ਐਂਡ ਤੋਂ ਆਈਆਂ ਉਹੀ ਅਸੀਂ ਮਾਫੀ ਵੈਰੀਫਾਈ ਅਮਾਊਂਟ ਕਰ ਦਿੰਦੇ ਹਾਂ ਜੀ। ਲੋਕ ਬੜਾ ਪਰੇਸ਼ਾਨ ਹੋ ਰਹੇ ਆ ਬਾਹਰ, ਕਹਿੰਦੇ ਲਾਈਨਾਂ ਦੇ ਵਿੱਚ ਖੜੇ ਆ, ਸਾਨੂੰ ਸਮਝ ਹੀ ਨਹੀਂ ਆ ਰਿਹਾ ਵੀ ਕਿਹੜੀ ਵਿੰਡੋ ਤੇ ਅਸੀਂ ਕੀ ਕਰਾਣਾ, ਜਾਂ ਤਾਂ ਲਿਖ ਕੇ ਲਾਇਆ ਜਾਵੇ ਜਾਂ ਕੋਈ ਪੁੱਛਗਿੱਛ ਸੈਂਟਰ ਬਣਾਇਆ ਜਾਵੇ, ਕਿਉਂਕਿ ਲੋਕਾਂ ਦੀ ਦਿੱਕਤ ਹੈ, ਬਜ਼ੁਰਗ ਆਏ ਹੋਏ ਆ, ਮਹਿਲਾਵਾਂ ਆਈਆਂ ਹੋਈਆਂ, ਮੌਸਮ ਵੀ ਇਸ ਤਰ੍ਹਾਂ ਦਾ, ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਦਿੱਕਤ ਬਹੁਤ ਮਹਿਸੂਸ ਕਰ ਰਹੇ ਹਾਂ, ਸਵੇਰੇ ਦੇ ਖੜੇ ਆ, ਸ਼ਾਮ ਹੋਣ ਵਾਲੀ, ਦੁਪਹਿਰ ਹੋ ਗਈ ਹੈ। ਦੇਖੋ, ਜਦੋਂ ਬਹੁਤ ਜ਼ਿਆਦਾ ਖਪਤਕਾਰ ਨੇ, ਸਾਡੇ ਕੋਲ 40,000 ਇੱਕ ਸਬ ਡਿਵੀਜ਼ਨ ਦਾ ਹੈ, 40-45,000 ਇੱਕ ਸਬ ਡਿਵੀਜ਼ਨ ਦਾ ਹੈ, ਦੋਨਾਂ ਦੇ ਵਿੱਚੋਂ 8-8,000 9-9,000 ਖਪਤਕਾਰ ਜਿਹੜੇ ਹੈਗੇ ਨੇ, ਕਿਉਂਕਿ ਰਸ਼ ਤਾਂ ਹੋਊਗਾ ਹੀ, ਪਰ ਫਿਰ ਵੀ ਅਸੀਂ ਦੇਖੋ ਹੁਣ ਇੱਥੇ ਇੰਨੀ ਲਾਈਨ ਸੀ, ਕੱਲਾ ਚੈੱਕ ਵੀ ਕਰਨਾ ਪੈਂਦਾ ਸਾਨੂੰ, ਤਾਂ ਹੀ ਦਸਤਖਤ ਹੁੰਦੇ ਨੇ, ਤੇ ਅਸੀਂ ਕਰਕੇ ਨਾਲ ਦੀ ਨਾਲ ਲੁਟਾਈ ਜਾਂਦੇ ਹਾਂ। ਥੋੜਾ ਦੇਖੋ ਰਸ਼ ਤਾਂ ਡੀਲਿੰਗ ਹੈਡ ਸਾਡੇ ਦੋਨੇ ਵਿੰਡੋਆਂ ਤੇ ਲੱਗੇ ਹੋਏ ਨੇ, ਦੋਨੇ ਪਾਸੇ ਚੈੱਕ ਕਰਕੇ ਅਮਾਊਂਟ ਚੈੱਕ ਕਰਦੇ, ਵੈਰੀਫਾਈ ਕਰਕੇ ਉਹ ਫਿਰ ਅੱਗੇ ਭੇਜੀ ਜਾਂਦੇ ਨੇ ਸਾਡੇ ਕੋਲ, ਅਸੀਂ ਦਸਤਖਤ ਕਰਕੇ ਉਹ ਫਾਰਮ ਆਪਣੇ ਕੋਲ ਰੱਖੀ ਜਾ ਰਹੇ ਹਾਂ। ਮਤਲਬ ਜੇ ਸਿੱਧੇ ਤੌਰ ਤੇ ਕਹਿ ਦਈਏ ਕਿ ਫਾਰਮ ਤੁਹਾਡੇ ਕੋਲੋਂ ਜਿਨ੍ਹਾਂ ਕੋਲ ਪਹੁੰਚ ਗਏ ਆ, ਉਹ ਸਿਰਫ ਫਾਰਮ ਭਰ ਕੇ ਲਿਆਉਣ, ਕੋਈ ਆਧਾਰ ਕਾਰਡ ਨਾਲ ਲਗਾਉਣਾ ਜਾਂ ਬਿੱਲ ਨਾਲ ਲਗਾਉਣਾ ਉਹ ਲਗਾਉਣ, ਬਾਕੀ ਲਿਸਟਾਂ ਤੁਹਾਡੇ ਕੋਲ ਹੈ, ਕਾਉਂਸਲਰ ਦੇ ਸਾਈਨ ਜਿਹੜੇ ਉਹ ਸਿਰਫ ਕਰਵਾ ਲੈਣ, ਬਾਕੀ ਹੋਰ ਕਿਸੇ ਅਧਿਕਾਰੀ ਦੇ ਸਾਈਨਾਂ ਦੀ ਜ਼ਰੂਰਤ ਨਹੀਂ ਹੈ, ਬਾਕੀ ਸਾਰਾ ਕੁਝ ਇੱਥੇ ਹੋ ਜਾਊਗਾ। ਸੋ ਇਹ ਬਿਲਕੁਲ ਸਪਸ਼ਟ ਹੈ ਜੀ। ਹੁਣ ਤੁਹਾਡੇ ਸਾਹਮਣੇ ਐਸਡੀਓ ਸਾਹਿਬ ਨੇ ਦੱਸਿਆ ਕਿ ਫਾਰਮ ਜਿਹੜਾ ਤੁਹਾਡੇ ਕੋਲ ਹੈਗਾ ਬਿਜਲੀ ਮਾਫ ਕਰਾਉਣ ਵਾਲਾ, ਉਹਦੇ ਉੱਤੇ ਫਾਰਮ ਦੇ ਉੱਤੇ ਨਾਮ ਭਰੋ, ਜਿਹੜੀ ਹੈ ਜਿਹੜੇ ਉਹਦੇ ਦੇ ਡਿਟੇਲਸ ਦਿੱਤੀਆਂ ਗਈਆਂ ਉਹਨਾਂ ਨੂੰ ਸੈੱਲ ਮਤਲਬ ਪੂਰਾ ਫਿਲ ਕਰ ਦਿਓ ਫਾਰਮ ਨੂੰ, ਉਸ ਤੋਂ ਬਾਅਦ ਕਾਉਂਸਲਰ ਦੇ ਤੁਸੀਂ ਆਪਣੇ ਸਾਈਨ ਤੇ ਮੋਹਰ ਕਰਕੇ ਇੱਥੇ ਲਿਆਓ, ਲਿਸਟਾਂ ਆਈਆਂ ਹੋਈਆਂ ਉਸ ਮੁਤਾਬਕ ਇਹ ਕਰ ਰਹੇ ਹਾਂ। ਜਿੱਥੇ ਰਹੀ ਗੱਲ ਲਾਈਨਾਂ ਦੀ, ਤੇ ਉਹਨਾਂ ਦਾ ਕਹਿਣਾ ਕਿ 40-45 ਹਜ਼ਾਰ ਲੋਕਾਂ ਨੇ ਜਦੋਂ ਮਾਫ ਕਰਵਾਉਣਾ ਹੁੰਦਾ ਤੇ ਫਿਰ ਲਾਈਨਾਂ ਤੇ ਲੱਗ ਹੀ ਰਹੀਆਂ, ਬਾਕੀ ਡਿਪਾਰਟਮੈਂਟ ਵੱਲੋਂ ਧਿਆਨ ਰੱਖਿਆ ਗਿਆ। ਜੇਕਰ ਪਟਿਆਲਾ ਸ਼ਹਿਰ ਦੀ ਗੱਲ ਕਰ ਲਈਏ, ਇਹ ਕਿਸ ਤਰ੍ਹਾਂ ਡਿਸਾਈਡ ਕੀਤਾ ਗਿਆ ਵੀ ਕਿੱਥੇ ਦਾ ਬਿੱਲ ਕਿੱਥੇ ਮਾਫ ਹੋਣਾ, ਕਿੱਥੇ ਭਰਿਆ ਜਾਊਗਾ? ਜੋ ਸਾਡੇ ਖਪਤਕਾਰ ਪਹਿਲਾਂ ਆਲਰੇਡੀ ਹੈਗੇ ਨੇ, ਜਿਵੇਂ ਸਾਡੇ ਇੱਥੇ 2 ਦਫ਼ਤਰ ਨੇ, ਇੱਕ ਦਫ਼ਤਰ ਨੌਰਥ ਸਬ ਡਿਵੀਜ਼ਨ ਪੈਂਦੀ ਆ 1 ਤੇ ਇੱਕ ਕਮਰਸ਼ੀਅਲ 2 ਪੈਂਦੀ ਆ, ਉਹ ਜਿਹੜੇ ਖਪਤਕਾਰ ਨੇ ਉਹ ਉਸ ਏਰੀਏ ਦੇ ਉਹਦੇ ਹਿਸਾਬ ਨਾਲ ਹੀ ਜਿਹੜਾ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਜੀ। ਮਤਲਬ ਸਾਰੇ ਬਿਜਲੀ ਬੋਰਡਾਂ ਦੇ ਭਰਿਆ ਜਾਊਗਾ? ਹਾਂ, ਨਹੀਂ, ਇੱਥੇ ਜਿਹੜਾ ਸਾਡੇ ਖਪਤਕਾਰ ਸਾਡੇ ਕੋਲ ਪੈਂਦੇ ਨੇ, ਉਹਨਾਂ ਦਾ ਆਪਣੇ ਖਪਤਕਾਰਾਂ ਦੇ ਫਾਰਮ ਸਾਡੇ ਕੋਲ ਰੱਖ ਰਹੇ ਹਾਂ, ਉਹੀ ਫਿਰ ਅਸੀਂ ਫਾਰਮ ਇਕੱਠੇ ਕਰਕੇ ਆਪਣੇ ਉਧਰ ਭੇਜਾਂਗੇ ਜੀ। ਐਸਡੀਐਮ ਸਾਹਿਬ ਜਾਂ ਤਹਿਸੀਲਦਾਰ ਨੂੰ ਜੋ ਵੀ ਸਾਨੂੰ ਇੰਸਟਰਕਸ਼ਨ ਹੋਣਗੀਆਂ, ਇਕੱਠੇ ਫਾਰਮ ਲਾ ਕੇ ਦੋਨਾਂ ਦਫ਼ਤਰਾਂ ਦੇ ਵੱਖਰੇ ਫਾਰਮ ਅਸੀਂ ਜਿਹੜੇ ਤਹਿਸੀਲਦਾਰ ਸਾਹਿਬ ਨੂੰ ਭੇਜਾਂਗੇ ਜੀ। ਸੋ ਤੁਸੀਂ ਸਮਝ ਸਕਦੇ ਹੋ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਉਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ਵਕਤ ਅਧਿਕਾਰੀ ਤੇ ਸਾਰੇ ਲੱਗੇ ਹੋਏ, ਕਿਉਂਕਿ ਇਹਨਾਂ ਦਾ ਕਹਿਣਾ ਕਿ ਜਿਹੜੇ ਖਪਤਕਾਰ ਨੇ ਬਹੁਤ ਜ਼ਿਆਦਾ ਮਾਫ ਕਰਵਾਉਣ ਵਾਲੇ ਲੋਕ ਆ ਰਹੇ ਆ, ਉਹਨਾਂ ਨੂੰ ਜਿਸ ਤਰ੍ਹਾਂ ਹੋ ਸਕਦਾ ਸਹੂਲਤ ਪ੍ਰੋਵਾਈਡ ਕੀਤੀ ਜਾ ਰਹੀ ਤੇ ਕੀਤਾ ਜਾ ਰਿਹਾ। ਸੋ ਇੱਥੇ ਸਪਸ਼ਟ ਹੋ ਗਿਆ ਕਿ ਕਿਸ ਤਰ੍ਹਾਂ ਫਾਰਮ ਭਰਨਾ ਤੇ ਕਿਸ ਤਰ੍ਹਾਂ ਬਿੱਲ ਮਾਫ ਕਰਵਾਉਣਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਫਾਰਮ ਲੈ ਕੇ ਭਰ ਸਕਦੇ ਹੋ, ਕਾਉਂਸਲਰ ਦੇ ਸਾਈਨ ਕਰਾ ਕੇ ਇੱਥੇ ਆ ਜਾਓ, ਬਾਕੀ ਸਾਰਾ ਕੰਮ ਇਹਨਾਂ ਕੋਲ ਲਿਸਟਾਂ ਬਣੀਆਂ ਹੋਈਆਂ, ਇਹਨਾਂ ਨੇ ਕਰ ਦੇਣਾ। ਜਿਹੜੀ ਇੱਕ ਰੇਸ਼ੋ ਤੈਅ ਹੋਈ ਹੈ ਉਸ ਰੇਸ਼ੋ ਦੇ ਮੁਤਾਬਕ ਤੁਹਾਡਾ ਬਿੱਲ ਮਾਫ ਹੋਏਗਾ, ਉਹਨਾਂ ਬਿੱਲ ਫਿਰ ਤੁਸੀਂ ਭਰ ਸਕਦੇ ਹੋ, ਤੇ ਉਸ ਤੋਂ ਬਾਅਦ ਜਿਹੜਾ ਹੈ ਬਕਾਇਆ ਵਗੈਰਾ ਕੋਈ ਪੈਂਡਿੰਗ ਤਾਂ ਨਹੀਂ ਰਹੇਗਾ ਜੀ। ਠੀਕ ਹੈ, ਸੋ ਉਸ ਤੋਂ ਬਾਅਦ ਕੋਈ ਵੀ ਬਕਾਇਆ ਜਿਹੜਾ ਹੈ ਪੈਂਡਿੰਗ ਨਹੀਂ ਰਹੇਗਾ। ਸੋ ਇਹ ਸੀ ਬਿਜਲੀ ਮਾਫ ਕਰਾਉਣ ਦਾ ਤਰੀਕਾ, ਤੇ ਕਿਸ ਤਰ੍ਹਾਂ ਬਿਜਲੀ ਮਾਫ ਹੋ ਰਹੀ ਹੈ ਇਹ ਵੀ ਤੁਹਾਨੂੰ ਦੱਸ ਦਿੱਤਾ, ਕਿਸ ਰੇਸ਼ੋ ਨਾਲ ਹੋ ਰਹੀ ਹੈ ਇਹ ਵੀ ਤੁਹਾਨੂੰ ਅਫਸਰਾਂ ਵੱਲੋਂ ਕਲੀਅਰ ਕਰ ਦਿੱਤਾ ਗਿਆ। ਕੈਮਰਾਮੈਨ ਸੰਦੀਪ ਸਿੰਘ ਤੁਰਨਾ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ।